ਕਤਲ ਦੇ ਕੇਸ ਲੈ ਗਏ ਸਾਹਿਬ। ਕਿਹਨੂੰ ਕਤਲ ਕੀਤਾ ਹੈ? ਆਪਣੇ ਭਾਈ ਨੂੰ। ਕੀ ਵਜ੍ਹਾ ਕੀ ਬਣੀ, ਕਿਉਂ ਆਪਣੇ ਭਾਈ ਨੂੰ ਕਤਲ ਕੀਤਾ? ਉਹਨੇ ਮੇਰੀ ਮਾਂ ਨੂੰ ਬੜਾ ਮਾਰਿਆ ਸੀ ਸਰ। ਮੇਰੇ ਮਾਂ ਦੇ ਪੇਟ 'ਚ ਉਹਨੇ ਬੜੇ ਠੁੱਡੇ ਮਾਰੇ ਸੀ। ਮੇਰੀ ਮਾਂ ਨੇ ਮੈਨੂੰ ਦੱਸਿਆ ਸੀ। ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਘਰ ਵੀ ਨਹੀਂ ਰਹਿਣ ਦਿਆ। ਇਸ ਇਲਾਵਾ ਨਹੀਂ, ਮੈਂ ਬਸ ਜ਼ਿੰਦਗੀ ਤੋਂ ਤੰਗ ਆ ਗਿਆ। ਹੁਣ ਮੈਨੂੰ ਫਾਂਸੀ ਲਾ ਦਿੱਤੀ ਜਾਵੇ, ਮੇਰਾ जिस्म कैंचियाँ ना काट देता जावे। मैं ज़िंदगी तो जीना नहीं चाहता हूँ। किया कैसे आपको पता चला कि इसका भाई इसका कातिल निकला? जब ये कॉल चली है, सबसे पहले मैं जब कुआं पर पहुँचा हूँ तो वहाँ जाके जब मैंने क्राइम सीन का जायज़ा लिया तो मुझे इस बात का यकीन हो गया कि ये डकैती। नाज़रीन 42 HD TV के साथ मैं हूं आपका मेज़बान मलक खुर्रम शाह। नाज़रीन, इस वक्त मैं थाना राजा जंग के अंदर मौजूद हूं। थाना राजा जंग में कुछ दिन पहले एक ऐसा अफसोसनाक वाक़या पेश आता है। एक ब्लाइंड मर्डर था जिसमें अपने सगे भाई ने भाई को कत्ल कर दिया था, लेकिन कत्ल ट्रेस नहीं हो रहा था। DPO कसूर और DSP सदर की सरबराही में SHO थाना राजा जंग के ज़ेरे निगरानी जो वो एक स्पेशल टीम तश्कील दी गई, जिन्होंने चंद ही दिनों में उस ब्लाइंड मर्डर को ट्रेस करके उस मुलज़म को गिरफ्तार कर लिया है। अंदर चलते हैं, उस मुलज़म से जानते हैं कि उसने अपने ही सगे भाई का। वो मुलज़मान मौजूद हैं, मज़ीद हम उनसे जानते हैं कि उसने ये कैसे सारा वक़ूआ किया और किस तरह अपने भाई को कत्ल किया। अस्सलाम वालेकुम। वालेकुम सलाम। की नाम है तेरा? मोहम्मद इमरान। इमरान की काम करना है? जुतियाँ बनाना सर। कितनी देर तो काम करना है? मैं 30 साल तकरीबन 25 साल हो गए जुतियाँ काम कर। उम्र कितनी तेरी? 37 साल उम्र होगी मेरी। 37 साल उम्र होगी और हाँ 25 साल तो तू जुतियां का काम करना है। हाँ जी साहब। पुलिस ने किहड़े केस लैके आई? कतल दे केस लै गए साहब। किहनू कतल कीता है? अपने भाई ਨੂੰ। ਕੀ ਵਜ੍ਹਾ ਕੀ ਬਣੀ, ਕਿਉਂ ਆਪਣੇ ਭਾਈ ਨੂੰ ਕਤਲ ਕੀਤਾ? ਉਹਨੇ ਮੇਰੀ ਮਾਂ ਨੂੰ ਬੜਾ ਮਾਰਿਆ ਸੀ ਸਰ। ਮੇਰੇ ਮਾਂ ਦੇ ਪੇਟ 'ਚ ਉਹਨੇ ਬੜੇ ਠੁੱਡੇ ਮਾਰੇ ਸੀ। ਮੇਰੀ ਮਾਂ ਨੇ ਮੈਨੂੰ ਦੱਸਿਆ ਸੀ। ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਘਰ ਵੀ ਨਹੀਂ ਰਹਿਣ ਦਿੰਦੇ ਸੀ। ਮੈਂ ਘਰੋਂ ਬਗਾਰ ਪਰਦੇਸਾਂ 'ਚ ਸਰ ਜ਼ਿੰਦਗੀ ਗੁਜ਼ਾਰੀ ਹੈ। ਮੈਂ ਘਰ ਉਹਨਾਂ ਨੂੰ ਕਹਿੰਦਾ ਮੇਰੀ ਸ਼ਾਦੀ ਕਰ ਦਿਓ, ਉਹ ਵੀ ਨਹੀਂ ਸੀ ਕਰਦੇ। ਤੇਰੀ ਵਾਲਦਾ ਨੂੰ ਕਿੰਨੀ ਦੇਰ ਪਹਿਲੇ ਮਾਰਿਆ ਸੀ ਇਹਨੇ? 17 ਸਾਲ ਪਹਿਲਾਂ। ਜਿਹਨੂੰ ਮਾਰੇ ਇਹਦਾ ਕੀ ਨਾਂ ਸੀ ਤੇਰੇ ਭਾਈ ਦਾ? ਮੁਹੰਮਦ ਅਕਰਮ। ਅਕਰਮ ਨੂੰ ਤੂੰ 17 ਸਾਲ ਪਹਿਲੇ ਤੇਰੀ ਵਾਲਦਾ ਨੂੰ ਉਹਨੇ ਮਾਰਿਆ ਸੀ ਤੇ 17 ਸਾਲ ਪਹਿਲੇ ਤੂੰ ਕਿਉਂ ਨਹੀਂ ਬਦਲਾ ਲਿਆ? ਹੁਣ ਹੀ ਤੈਨੂੰ ਯਾਦ ਆਇਆ ਸੀ? ਸਰ ਬਸ ਕੋਈ ਮਜਬੂਰੀ ਬਣ ਗਈ ਐਸੀ ਹੁਣ, ਜਿਹੜੀ ਵਜ੍ਹਾ ਤੋਂ ਮਾਰਨਾ ਪਿਆ ਨਾ ਮੈਨੂੰ। ਕੀ ਮਜਬੂਰੀ ਬਣ ਗਈ ਸੀ? ਕੀ ਐਸੀ ਮਜਬੂਰੀ ਆ ਗਈ ਸੀ? ਤੇਰੀ ਵਾਲਦਾ ਨੂੰ 17 ਸਾਲ ਪਹਿਲੇ ਉਹ ਮਾਰਦਾ ਹੈ। ਸਹੀ ਜਿਹੜੀ ਗੱਲ ਹੈ ਨਾ ਉਹ ਗੱਲ ਕਰ, ਕਿਸ ਵਜ੍ਹਾ ਤੋਂ ਤੂੰ ਉਹਨੂੰ ਮਾਰਿਆ? ਹਾਂਜੀ ਸਰ, ਇਹੀ ਸਹੀ ਗੱਲ ਹੈ। ਇਹ ਸਹੀ ਗੱਲ ਨਹੀਂ ਤੀ ਜਿਹੜੀ ਤੂੰ ਦੱਸਾਂ ਪਿਆ? ਗੱਲ ਸਾਹਿਬ ਕਿਹੜੀ ਗੱਲ ਕੀ ਹੈ? ਇਹੀ ਗੱਲ ਹੈ। ਇਸ ਤੋਂ ਇਲਾਵਾ ਨਹੀਂ, ਮੈਂ ਬਸ ਜ਼ਿੰਦਗੀ ਤੋਂ ਤੰਗ ਆ ਗਿਆ। ਹੁਣ ਮੈਨੂੰ ਫਾਂਸੀ ਲਾ ਦਿੱਤੀ ਜਾਵੇ, ਮੇਰਾ जिस्म कैंचियाँ ना काट ਦਿੱਤਾ ਜਾਵੇ। मैं ज़िंदगी तो जीना नहीं चाहता हूँ साहब। ਹੁਣ ਕਿਉਂ ਨਹੀਂ ਜੀਣਾ ਚਾਹੁੰਦਾ? ਵਜ੍ਹਾ ਕੀ ਬਣੀ? ਨਾਲੇ ਤੂੰ ਆਪਣੇ ਭਰਾ ਨੂੰ ਵੀ ਮਾਰ ਦਿੱਤਾ, ਤੈਨੂੰ ਤਾਂ ਸਕੂਨ ਮਿਲ ਜਾਣਾ ਚਾਹੀਦਾ। ਨਹੀਂ ਸਾਹਿਬ, ਮੈਨੂੰ ਸਕੂਨ ਨਹੀਂ ਨਾ ਮਿਲ ਸਕਦਾ ਕਿਉਂਕਿ ਮੇਰੀ ਮਾਂ ਮੈਨੂੰ ਬੜੀ ਯਾਦ ਆਉਂਦੀ। ਮੈਂ ਆਪਣੀ ਮਾਂ ਨੂੰ ਬੜਾ ਪਿਆਰ ਕਰਨਾ ਸਾਂ। ਇਹਨਾਂ ਨੇ ਬੜਾ ਜ਼ੁਲਮ ਕੀਤਾ ਸੀ ਮੇਰੀ ਮਾਂ ਦੇ। ਵਾਲਦਾ ਯਾਦ ਤੇ ਤੇਰੀ ਫੌਤ ਹੋ ਗਈ ਸਾਹਿਬ। ਕਿੰਨੀ ਦੇਰ ਪਹਿਲੇ ਫੌਤ ਹੋਈ? 17 ਸਾਲ ਪਹਿਲਾਂ। ਉਹ ਮੁਲਤਾਨ ਗਈ ਸੀ ਤੇ ਉਹਨੂੰ ਫੋਨ ਕਰਕੇ ਕਹਿੰਦਾ ਪਹਿਲਾਂ ਇਹਨੇ ਮਾਰਿਆ ਸੀ ਬੜਾ। ਉਹਨੂੰ ਸਫ਼ਰ ਕਰਕੇ ਗਈ ਸੀ, ਉਹਦੇ ਪੇਟ 'ਚ ਜ਼ਖਮ ਬਣ ਗਏ, ਇਹਨਾਂ ਨੇ ਠੁੱਡੇ ਮਾਰੇ ਸੀ ਤੇ ਉਹਨੂੰ ਕਹਿੰਦਾ ਗਸ਼ਤੀਏ ਇੱਥੇ ਆ, ਮੈਂ ਤੈਨੂੰ ਤੇਲ ਪਾ ਕੇ ਸਾੜਨਾ ਹੀ। ਉਹਦਾ ਕਲੇਜਾ ਫਟ ਗਿਆ ਸੀ। ਮੈਂ ਉਹ ਸੋਚ ਕੇ ਮਰਨਾ ਪਿਆ। ਹਰ ਰੋਜ਼ ਜੀਣਾ, ਹਰ ਰੋਜ਼ ਮਰਨਾ। ਨਸ਼ਾ ਕਰ ਲੈਣਾ ਬਸ, ਇਸ ਤੋਂ ਇਲਾਵਾ ਹੋਰ ਕੁਛ ਨਹੀਂ ਸਾਹਿਬ। ਕਾਹਦਾ ਨਸ਼ਾ ਕਰਨਾ ਸੀ? ਚਰਸ ਪੀ ਲੈਣਾ ਉਹਨਾਂ ਦਾ। ਬਸ ਚਰਸ ਪੀਣਾ ਸੀ? ਹਾਂਜੀ ਸਾਹਿਬ। ਹੋਰ ਇਸ ਤੋਂ ਇਲਾਵਾ ਕਿਹੜਾ ਨਸ਼ਾ ਕਰਨਾ? ਹੋਰ ਇਸ ਤੋਂ ਇਲਾਵਾ ਕੋਈ ਨਸ਼ਾ ਨਹੀਂ ਕੀਤਾ। ਪਾਊਡਰ ਦਾ ਵੀ ਕਰਨਾ? ਨਹੀਂ, ਪਾਊਡਰ ਕਦੇ ਨਹੀਂ ਪੀਤਾ ਸਾਹਿਬ। ਹੋਰ ਜਦੋਂ ਨੇ ਮਾਰਿਆ ਉਸ ਤੋਂ ਮਹੀਨਾ ਪਹਿਲਾਂ ਮੈਂ ਸਾਰਾ ਕੁਝ ਛੱਡ ਦਿੱਤਾ ਸੀ। ਮੈਂ ਅੱਲਾ ਪਾਕ ਨਾਲ ਵਾਅਦਾ ਕੀਤਾ ਸੀ ਮੈਂ ਤੱਬਾ ਕੋਈ ਨਸ਼ਾ ਨਹੀਂ ਕਰਾਂਗਾ, ਆਪਣਾ ਬਦਲਾ ਲੈ ਕੇ ਮਰ ਜਾਵਾਂਗਾ, ਫਾਂਸੀ ਲੈ ਲਵਾਂਗਾ। ਫਿਰ ਲਈ ਤਾਂ ਨਹੀਂ ਤੂੰ ਫਾਂਸੀ? 3 ਦਿਨ ਬਾਅਦ ਫੜੀ ਚਾਹ ਨਾ? ਹਾਂਜੀ ਸਰ, ਮੈਂ ਆ ਪੇਸ਼ ਹੋਇਆ। ਨਹੀਂ, ਉਹ ਜਿਹਨੂੰ ਮਾਰਿਆ ਹੀ ਉਹਦੇ ਬੱਚੇ ਕਿੰਨੇ ਨੇ? ਉਹਦੇ ਘਰ ਔਲਾਦ ਨਹੀਂ ਹੈ ਸਾਹਿਬ। ਔਲਾਦ ਨਹੀਂ ਹੈ? ਉਹਦੀ ਬੀਵੀ ਹੈ? ਹਾਂਜੀ, ਉਹਦੀ ਬੀਵੀ ਹੈ ਸਰ। ਉਹ ਤੁਹਾਡਾ ਭਾਈ ਇਹ ਜਿੰਨਾ ਅਕਰਮ ਹੈ ਜਿਹੜਾ, ਉਹਨੇ ਤੈਨੂੰ ਕਾਰਖਾਨਾ ਵੀ ਤੁਹਾਨੂੰ ਕਰਵਾ ਕੇ ਦਿੱਤਾ ਸੀ? ਸਰ ਮੈਂ ਉਹਦੇ ਕੋਲ 90,000 ਰੁਪਈਆ ਲਿਆ ਸੀ। ਉਹਦੇ ਕੋਲ ਕੰਮ ਕਰਨਾ ਸਾਂ। ਉਹ ਮੈਨੂੰ ਕਹਿੰਦਾ ਸੀ ਮੇਰਾ 90,000 ਦੇ, ਨਹੀਂ ਤੇ ਤੇਰੀ ਅੱਖਾਂ ਕੱਢ ਦਾਂਗਾ, ਨਹੀਂ ਤੇ ਤੈਨੂੰ ਮੈਂ ਸਰਾਣਾ ਰੱਖ ਕੇ ਮਾਰ ਦਾਂਗਾ। ਉਹ ਸਰ ਮੈਂ ਕਿਸੇ ਕੋਲ ਕਰਜ਼ਾ ਲੈ ਕੇ ਵਾਪਸ ਕਰ ਦਿੱਤਾ ਸੀ। 90,000 ਉਹਨੇ ਕਾਹਦਾ ਤੈਨੂੰ ਦਿੱਤਾ ਸੀ? ਕਿਸ ਮਕਸਦ ਵਾਸਤੇ ਦਿੱਤਾ ਸੀ? ਉਹ ਐਡਵਾਂਸ ਜਰਾ ਮੈਂ ਨਾ ਕਿਤੇ ਕੋਲ ਲੈ ਕੇ ਕੰਮ ਕਰਨਾ ਸਾਂ। ਅੱਛਾ। ਜਦੋਂ ਉਹਦੇ ਕੋਲ ਕੰਮ ਤੇ ਬੈਠਾ ਸਾਂ। ਤੇਰੇ ਜ਼ਿਹਨ 'ਚ ਕਿਵੇਂ ਆਇਆ ਕਿ 17 ਸਾਲ ਬਾਅਦ ਤੇਰੀ ਗੈਰਤ ਜਾਗੀ ਤੇ ਤੇਰੀ ਮੇਰੀ ਮਾਂ ਮੈਨੂੰ ਤੂੰ ਉਹਨੂੰ ਕਿਸ ਤਰ੍ਹਾਂ ਪਲਾਨ ਕਿਵੇਂ ਕੀਤਾ? ਕਿਹਦੇ ਨਾਲ ਬਹਿ ਕੇ ਪਲਾਨ ਕੀਤਾ ਸੀ ਤੂੰ? ਮੈਂ ਕਿਸੇ ਨਾਲ ਪਲਾਨ ਨਹੀਂ ਕੀਤਾ, ਮੈਂ ਆਪਣੇ ਜ਼ਮੀਰ ਨਾਲ ਹੀ ਕੀਤਾ ਸੀ। ਕਿਸੇ ਨਾਲ ਪਲਾਨ ਨਹੀਂ ਕੀਤਾ? ਨਹੀਂ, ਮੈਂ ਆਪਣੇ ਜ਼ਮੀਰ ਨਾਲ ਕੀਤਾ ਸੀ। ਆਪਦੇ ਜ਼ਮੀਰ ਨਾਲ ਕੀ ਸੋਚਿਆ ਸੀ? ਇਹਨੂੰ ਮਾਰ ਕੇ ਪੇਸ਼ ਹੋ ਜਾਵਾਂਗਾ ਤੇ ਮੈਂ ਨਾ
ਜੱਜ ਨੂੰ ਕਹਾਂਗਾ ਮੈਨੂੰ ਫਾਂਸੀ ਦੇ ਦਿੱਤੀ ਜਾਵੇ। ਕਿਵੇਂ ਮਾਰਿਆ, ਕਿਵੇਂ ਸੀ, ਕਿੱਥੋਂ ਪਿਸਟਲ ਲਿਆ ਸੀ, ਕੀ ਮਾਮਲਾ ਸੀ, ਕਿਵੇਂ ਕੀਤਾ ਸੀ? ਤੂੰ ਨਸ਼ਾ ਕਰਨਾ ਸੀ, ਮੋਟਰਸਾਈਕਲ ਤੇਰੀ ਆਪਣੀ ਸੀ? ਨਹੀਂ ਮੋਟਰਸਾਈਕਲ ਆ, ਮੈਂ ਦੋਸਤ ਸੀ, ਇਹਨੂੰ ਮੈਂ ਬੁਲਾਇਆ ਫੋਨ ਕਰਕੇ, ਮੈਂ ਕੰਮ ਜਾਣਾ। ਕੀ ਇਹਨੂੰ ਕਿਹਾ ਸੀ? ਇਹਨੂੰ ਮੈਂ ਕਿਹਾ ਕੰਮ ਜਾਣਾ, ਮੇਰੇ ਨਾਲ ਆਵੀਂ, ਪਿੰਡ ਪੈਸੇ ਲੈ ਕੇ ਆਣੇ ਨੇ। ਇਹ ਮੇਰੇ ਨਾਲ ਆ ਗਿਆ। ਮੈਂ ਉਹਨੂੰ ਨਾ ਉੱਥੇ ਮੱਥੇ 'ਚ ਗੋਲੀ ਮਾਰ ਕੇ ਇਹਨੂੰ ਮੈਂ ਕਿਹਾ, ਇਹ ਕੰਬਣ ਲੱਗ ਗਿਆ ਸੀ ਮੇਰਾ ਦੋਸਤ। ਕਹਿੰਦਾ ਸੀ ਯਾਰ ਕੀ ਕੀਤਾ? ਮੈਂ ਕਿਹਾ ਤੂੰ ਮੇਰੇ ਨਾਲ ਚੱਲ, ਹੁਣ ਗੱਡੀ ਭਜਾ, ਨਹੀਂ ਤੇ ਮੈਂ ਤੈਨੂੰ ਵੀ ਮਾਰ ਦਾਂਗਾ। ਤੇਰੇ ਮਤਲਬ ਯਾਰ ਨੇ, ਤੇਰੇ ਭਾਈਆਂ ਨਾਲ ਗੱਲ ਹੋਈ? ਉਹ ਕਹਿੰਦੇ ਨੇ ਕਿ ਇਹ ਖਰਚਾ ਲੈਂਦਾ ਸੀ ਉਹਦੇ ਕੋਲੋਂ, ਪੈਸੇ ਲੈਂਦਾ ਸੀ, ਕੁਝ ਦਿਨ ਪਹਿਲੇ ਵੀ ਪੈਸੇ ਲੈ ਕੇ ਗਿਆ ਹੈ ਤੇ ਉਹਨੇ ਨੂੰ ਡਾਂਟਿਆ ਕਿ ਸ਼ਰਮ ਕਰ, ਆਪਣਾ ਨਸ਼ਾ ਛੱਡ ਦੇ ਤੂੰ। ਨਹੀਂ ਐਸੀ ਕੋਈ ਗੱਲ ਨਹੀਂ, ਮੰਨਦਾ ਕੋਈ ਪੈਸਾ ਨਹੀਂ ਲਿਆ ਉਹਦੇ ਕੋਲ। 90,000 ਮੈਂ ਐਡਵਾਂਸ ਲਿਆ ਸੀ, ਉਹ ਮੈਂ ਕਿਸੇ ਕੋਲ ਲੈ ਕੇ ਦੇ ਦਿੱਤਾ ਸੀ, ਉਹ ਵੀ ਗਵਾਹ ਨੇ। ਹਾਂਜੀ, ਉਹ ਛੋਟੇ ਭਾਈ ਨੂੰ। ਮੈਂ ਮਜ਼ਦੂਰੀ ਕਰਨਾ ਸੀ ਉਹਦੇ ਕੋਲ, ਜਰਾ ਕੰਮ ਕਰਨਾ ਸੀ, ਮੈਂ ਪੈਸੇ ਲੈਣਾ ਹਾਂ ਉਦੋਂ। ਮਜ਼ਦੂਰੀ ਕਰਕੇ ਉਹ ਪੈਸੇ ਕਿੱਥੇ ਸੁੱਟਣਾ ਸੀ? ਨਸ਼ਾ ਹੀ ਕਰਨਾ ਸੀ ਹੁੰਦਾ? ਨਹੀਂ ਸਰ, ਉਹ ਨਾ 4 ਸਾਲ ਪਹਿਲਾਂ ਦੀ ਗੱਲ ਏ, ਤੇ ਉਹਦਾ ਮੈਂ ਨਾ ਕੰਮ ਹੀ ਉਹਨਾਂ ਕੁ ਦਿੰਦਾ ਸੀ ਮੈਨੂੰ, ਜਿੰਦੀ ਰੋਟੀ ਪੂਰੀ। ਮੈਂ ਰੋਟੀ ਬਾਹਰੋਂ ਹੀ ਖਾਣਾ ਸਾਂ, ਮੈਂ ਕਦੀ ਕਿਸੇ ਕੋਲ ਰੋਟੀ ਨਹੀਂ ਖਾਧੀ, ਰੋਟੀ ਪੂਰੀ ਹੁੰਦੀ ਸੀ ਮਜ਼ਦੂਰੀ ਦੇ ਵਿੱਚ ਬਸ। ਪਿਆ ਹੈ ਕਿ ਮੈਂ ਆਪਣੇ ਜ਼ਮੀਰ ਨਾਲ ਸਾਰਾ ਪਲਾਨ ਕੀਤਾ ਸੀ। ਕੀ ਪਲਾਨ ਕੀਤਾ ਸੀ? ਸਾਰੀ ਗੱਲ ਦੱਸ। ਕਿਵੇਂ ਸੋਚਿਆ? ਕਿੱਥੇ ਬੈਠਾ ਸੈਂ? ਪਿਸਟਲ ਕਿੱਥੋਂ ਲਿਆ? ਸਾਰੀ ਗੱਲ ਦੱਸੀ। ਪਿਸਤੌਲ ਮੈਂ ਪਠਾਨ ਕੋਲ ਲਿਆ ਸੀ, ਮਾੜਾ ਬਾਜ਼ਾਰ ਤੋਂ। ਅੱਛਾ। ਤੇ 50, ਹਾਂਜੀ 26,000 ਰੁਪਏ ਦਾ। ਮਾਡਲ ਬਾਜ਼ਾਰ ਤੋਂ? ਹਾਂਜੀ ਹਾਂਜੀ, ਉਹ ਨਾ ਜੈਕਟਾਂ ਵੇਚਦਾ ਸੀ ਉੱਥੇ। ਅੱਛਾ। ਉਹ ਦੋਸਤ ਬਣਿਆ ਸੀ ਮੇਰਾ। ਅੱਛਾ। ਉਹਦੇ ਕੋਲੋਂ ਮੈਂ ਲਿਆ ਸੀ। ਉਹਨੂੰ ਕੀ ਕਿਹਾ ਸੀ? ਹਾਂਜੀ ਕੀ ਕਿਹਾ ਸੀ ਉਹਨੂੰ? ਕਿਵੇਂ ਲਿਆ? ਮੈਂ ਉਹਨੂੰ ਨਾ ਬਾਬਾ ਦੇਰ ਦਾ ਪਿੱਛੇ ਲੱਗਾ, ਮੈਂ ਕਹਿੰਦਾ ਪਿਆ ਮੈਨੂੰ ਪਿਸਤੌਲ ਚਾਹੀਦਾ। ਕਹਿੰਦਾ ਜੀ ਠੀਕ ਹੈ ਤੈਨੂੰ ਦੇ ਦਾਂਗਾ। ਕਿਸ ਵਜ੍ਹਾ ਤੋਂ ਚਾਹੀਦਾ? ਨਹੀਂ ਉਹਨੇ ਐ ਨਹੀਂ ਸੀ ਪੁੱਛਿਆ। ਅੱਛਾ, ਫਿਰ ਤੂੰ ਵੀ ਨਹੀਂ ਉਹਨੂੰ ਦੱਸਿਆ? ਨਹੀਂ ਮੈਂ ਨਹੀਂ ਗੱਲ ਉਹਨੂੰ ਮੈਂ ਦੱਸੀ। ਉਹਨੇ ਕਿਦੋਂ ਤੈਨੂੰ ਦਿੱਤਾ ਪਿਸਟਲ? ਹਾਂਜੀ, ਇਹ ਮਾਰਨ ਤੋਂ 3 ਦਿਨ ਪਹਿਲਾਂ। ਮਾਰਨ ਤੋਂ 3 ਦਿਨ ਪਹਿਲੇ ਤੈਨੂੰ ਦਿੱਤਾ? ਫਿਰ ਤੂੰ ਕੀ ਅੱਗੇ ਪਲਾਨ ਕੀਤਾ? ਕਿਵੇਂ ਇਹਨੂੰ ਮਾਰਨਾ? ਕਿਵੇਂ? ਤੂੰ ਤਾਂ ਕਹਿੰਦਾ ਮੈਨੂੰ 17 ਸਾਲ ਹੋ ਗਏ ਨੇ, ਮੈਂ ਜਿਹੜਾ ਘਰੋਂ ਮੈਂ ਬਾਹਰ ਸਾਂ। ਕਿਵੇਂ ਤੈਨੂੰ ਪਤਾ ਸੀ ਕਿਸ ਟਾਈਮ ਹੋ ਜਾਂਦਾ ਆਉਂਦਾ? ਕਿਵੇਂ ਉਹਦੀ ਰਾਇਕੀ ਲਈ ਸੀ? ਸਾਰੀ ਗੱਲ ਦੱਸੀ। ਮੈਂ ਉਸ ਦਿਨ ਉਹਦੇ ਕੋਲ ਗਿਆ ਸਾਂ ਦੁਕਾਨ 'ਤੇ। ਮੈਂ ਉਹਨੂੰ ਕਿਹਾ ਸੀ ਕਿ ਯਾਰ ਤੂੰ ਚੰਗਾ ਨਹੀਂ ਕੀਤਾ। ਮੈਨੂੰ ਕਹਿੰਦਾ ਸੀ 5 ਲੱਖ ਰੁਪਈਆ ਲੈ ਲਾ, ਇੱਕ ਮਕਾਨ ਲੈ ਲਾ ਮੇਰੇ ਕੋਲੋਂ, ਜਿਹੜਾ ਮੈਂ ਹੁਣ ਬਣਾਇਆ। ਇਹਨੇ ਮਕਾਨ ਬਣਾਇਆ ਸੀ ਕੋਈ, ਤੇਰੀ ਸ਼ਾਦੀ ਕਰ ਦੇਣਾ, ਗੱਲ ਨੂੰ ਛੱਡ ਦੇ। ਪਰ ਮੈਨੂੰ ਮੇਰੀ ਮਾਂ ਨਹੀਂ ਭੁੱਲ ਸਕਦੀ ਸੀ। ਮੇਰੀ ਮਾਂ ਦੇ ਆਂਸੂ ਅੱਜ ਵੀ ਮੈਨੂੰ ਯਾਦ ਨੇ। ਉਹਨਾਂ ਨੇ ਬੜੀ ਬੇਦਰਦੀ ਨਾਲ ਉਹਨੂੰ ਮਾਰਿਆ ਸੀ ਸਾਹਿਬ। ਤੇਰੀ ਵਾਲਦਾ ਨੂੰ ਇਹਨਾਂ ਨੇ ਤਸ਼ੱਦਦ ਕਰਕੇ ਮਾਰਿਆ ਸੀ? ਉਹਦੇ ਪੇਟ 'ਚ ਬੜੇ ਠੁੱਡੇ ਮਾਰੇ ਸੀ, ਜਿਸਮ ਦੀ ਭਾਰੀ ਸੀ। ਉਹ ਮੇਰੇ ਸੀਨੇ ਲਾ ਕੇ ਰੋ ਕੇ ਦੱਸ ਕੇ ਗਈ ਸੀ ਕਿ ਇਹਨਾਂ ਨੇ ਮੇਰੇ ਤੇ ਬੜਾ। ਬਾਕੀ ਭਰਾਵਾਂ ਨੇ ਸੀ ਦੱਸਿਆ? ਨਹੀਂ ਸਰ, ਮੇਰੇ ਨਾਲ ਬੜਾ ਪਿਆਰ ਕਰਦੇ ਸੀ। ਮੈਂ ਜੋ ਕਮਾਨਾ ਸੀ ਨਾ, ਮੈਂ ਰਾਤ ਨੂੰ ਉਹਦੇ ਵਾਸ ਲੈ ਕੇ ਜਾਣਾ। ਹੁਣ मैं कहना माँ तेन मैं कपड़े लिया के देने। इस वक्त SHO थाना राजा जंग इरशाद साहब SI उनसे जानते हैं कि उन्होंने इस ब्लाइंड मर्डर को कैसे ट्रेस किया और अभी तक इस केस में क्या पेशरफ्त है, क्या मामला है, क्या तफ्तीश सामने आई। अस्सलाम वालेकुम सर। जी वालेकुम सलाम जी, क्या हाल है जी? ठीक है जी अल्हम्दुलिल्लाह। सर मुझे ये बताइएगा कि ये एक ब्लाइंड मर्डर था, सुनने में यही आ रहा था कि ये एक डकैती हुई है, डकैती के दौरान, मज़ाहमत के दौरान इसको कत्ल कर दिया गया है। ये कैसे आपने ट्रेस आउट किया? कैसे आपको पता चला कि इसका भाई इसका कातिल निकला? जब ये कॉल चली है, सबसे पहले मैं जैव कुआ पर पहुंचा हूँ, तो वहाँ जाके जब मैंने क्राइम सीन का जायज़ा लिया तो मुझे इस बात का यकीन हो गया कि ये डकैती विद मर्डर नहीं है, ये इसको टारगेट किया गया है। पीछे से आकर इसको निशाना बनाया गया, टारगेट किया गया है, क्योंकि डकैती वाली कोई बात ही नहीं थी। तो हमारा सबसे पहला जो शक था वो कुदरती तौर पर ही इसकी फैमिली पे गया, जो इसके ससुराल वाले थे, क्योंकि इसने पहले भी एक शादी की हुई थी, उसके बाद इसने फिर लव मैरिज की उसके साथ, और उस लड़की की भी पहले शादी हुई थी, कोई दो साथ लव मैरिज की इसने। उसकी भी पहले शादी हुई थी। तो हमारा ज़्यादा शक यही था कि इसके ससुराल में से ऐसा हुआ है, लेकिन वो ना हो सका, अच्छी बात है, नहीं हुआ। तो फिर हमें ये शक गुजरा कि इसके भाइयों में या इसकी फैमिली में किसी को चेक किया जाए। तो हमें खबरें भी मिली, लोगों से भी इस बात की खबरें मिली हमें कि इसके भाई जो हैं वो नशा वगैरह भी करते हैं और उनको भी चेक करें आप। तो इसी हवाले के, इसी सोच के मुताबिक हमने इसके ख़ानदान में इंटरोगेशन शुरू कर दी। तो वो हमें अल्हम्दुलिल्लाह 2-3 दिन 4 दिन बाद ही इस बात पर शक किया कि ये जो इमरान है शायद इसने ये काम किया है। इसका जब हमें पता चला कि इसके पास पिस्टल भी पाया गया, तो फिर इसने
जब इनके रिश्तेदारों से हमने पूछा और इसके कज़न थे उनसे पूछा, भाइयों से तो खैर हमने नहीं पूछा, इनके कज़न वगैरह से पूछा और दोस्तों वगैरह से पूछा, तो इसकी रेपुटेशन जो हमें ठीक ना मिली कि ये असला वगैरह रखता है और ये नशा वगैरह करता है। तो इसी हवाले से हमने इसकी फ़ैमिली को टच किया और इसने अपनी फ़ैमिली के सामने ये इकरार किया और हमने इसे पकड़ लिया। जैसे हमने इसे पकड़ा तो सारी बात इसने हमें सीधी सीधी बता दी कि ये उसी दिन, बल्कि इसका मंसूबा 2 भाइयों को कत्ल करने का था, एक शहजाद को और जिसको इसने कत्ल कर दिया इसको। जब इससे इंटरोगेशन की तो इसने फिर बताया कि मैं सुबह 3 बजे निकला हूँ, दोपहर 3 बजे, अपने दोस्त को साथ लिया, उसकी मोटरसाइकिल ली, पिस्टल लिया और मैं रास्ते में आ गया जहाँ से ये कसूर से अपने घर आता है। ये शेखम के पास एक होटल पे बैठा रहा, वहाँ पर खाना खाया, खाना खाने के बाद वहाँ इसका वेट किया। वो रोड जो है ना वो बिल्कुल टूटा हुआ है। जब इसके सामने से गुजरा है तो पीछे से इन्होंने मोटरसाइकिल उसके पीछे भगा दिया और जब गांव से तकरीबन 1 एकड़ का फासला है, वहाँ पर आकर इसने जो मोटरसाइकिल चला रहा था उसको इसने ये गन पॉइंट पे कर लिया कि अगर आपने इस मोटरसाइकिल को ना रोका तो मैं आपको फायर मार दूंगा। उसको नहीं पता था कि ये मुझे किस लिए लाया है। बिल्कुल आप कह रहे हैं कि इसने 2 भाइयों को कत्ल करना था, ये कत्ल की वजह क्या इंटेरोगेशन में इसने क्या इंकशाफ किया है, इसे क्यों इस नहज पे आ गया था कि इसने अपने भाई को ही मर्डर करना था? ये जो है इसको नशई आदमी है, इसने एक ज़हन बना लिया था कि मेरे साथ अच्छा सलूक नहीं करते, मेरे वालिदैन के साथ अच्छा सलूक नहीं करते, मेरी सिस्टर के साथ अच्छा सलूक नहीं करते और जेलसपन ज़्यादा था इसमें कि भाई के पास इतना पैसा है। मुझे ये भी पता चला कि एक मकान बना रहा था, उसके मतलब भी इनका कोई आपस में झगड़ा हुआ है। सर ये तो इमरान सेपरेट कसूर में रह रहा था, जबकि ये जो मकतूल यहाँ पर रामथमन में रहाइश पजीर था, तो ये एक दूसरे से मतलब अलग अलग रह रहे थे। फिर इसका आपस में मतलब कैसे तनाज़ा था कि ये मेरे साथ अच्छा बिहेव नहीं करता? ये एक इंसानी फितरत है। जब उसने शादी की है, लव मैरिज की है, सारे घर वालों को छोड़कर आ गया, घर में यही एक ऐसा आदमी था जो कमाई करता था, जिसके पास पैसा था। मेरा जहाँ तक ज़हन है कि ये उसने एक ज़हन बना लिया कि ये हमें उसके लिए सारा कुछ छोड़कर चला गया है। ये उसके दिल में बैठ गई और इस चीज़ को वो बर्दाश्त नहीं कर सका कि ये हमें छोड़कर उसके पास चला गया है। हालांकि ये इनकी वेलफेयर भी करता था। जब वेलफेयर करता था तो उसको चेक भी करना होता है, उसको पूछताछ भी करनी होती है, उससे हिसाब भी लेना होता है। तो इसी कश्मकश में इनका को आपस में तो तकरार हुई है चंद दिन पहले दुकान के ऊपर। तो उसने ये ज़हन बना लिया कि ये हमारे साथ ठीक नहीं है, हमारे साथ अच्छा सलूक नहीं करता। ये कह रहा है कि कुछ अर्सा पहले इसने मेरी वालदा को भी मारा और उसके पेट में अपनी टांगों से उसको मारा है। तो इसी वो रंज की वजह से, इसके अलावा कोई वजह नहीं बता।